ਰਾਗ ਗੋਂਡ ਮਹਲਾ ਪੰਜਵਾ। ਰਾਗ ਗਾਉਣ ਦੇ ਵਿੱਚ ਪੰਜਵੇਂ ਸਰੂਪ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਜੋ ਬਦੇ ਕਰ ਪਹਿਲਾ, ਪਹਿਲੇ ਘਰ ਸੁਰ ਤਾਲ ਦੇ ਵਿੱਚ ਚਾਰ ਚਾਰ ਪਦਿਆਂ ਵਾਲੇ ਪਾਵਨ ਸ਼ਬਦ ਉਚਾਰਨ ਕਰ ਰਹੇ ਹਨ। ਇੱਕੋ ਓੰਕਾਰ। ਇਹ ਪਹਿਲਾ ਵਸਤੂ ਨਿਰਦੇਸ਼ ਮੰਗਲ ਕਰਦੇ ਨੇ, ਕਿਉਂਕਿ ਜਦ ਵੀ ਪ੍ਰਕਰਨ ਬਦਲਦਾ ਹੈ ਤਾਂ ਗੁਰੂ ਸਾਹਿਬ ਮੰਗਲ ਲਾਜ਼ਮੀ ਕਰਦੇ ਹਨ। ਕੱਲ ਚੌਥੇ ਪਾਤਸ਼ਾਹ ਜੀ ਦੀ ਬਾਣੀ ਸੰਪੂਰਨ ਹੋਈ ਸੀ। ਹੁਣ ਮਹਾਰਾਜ ਆਪ ਦੀ ਬਾਣੀ ਲਿਖਵਾ ਰਹੇ ਨੇ, ਇਸ ਲਈ ਵਸਤੂ ਨਿਰਦੇਸ਼ਕ ਮੰਗਲ ਕੀਤਾ ਹੈ। ਇੱਕ ਅਦੁੱਤੀ ਬ੍ਰਹਮ ਜੋ ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ। ਔਰ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸਭ ਕਰਤਾ ਸਭ ਭੁਗਤਾ। ਇਸ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਪ੍ਰਭੂ ਨੂੰ ਸਾਰੀਆਂ ਥਾਵਾਂ ਦੇ ਵਿੱਚ ਵਿਆਪਕ ਰੂਪ ਕਰਕੇ ਕਥਨ ਕਰਦੇ ਹਨ। ਰਹਾਉ। ਸੋ ਪਹਿਲੀ ਹੋਈ ਪੰਕਤੀ ਰਹਾਉ ਵਾਲੀ ਹੈ। ਮਾਰੇ ਕਹਿੰਦੇ ਸਭ ਕਰਤਾ। ਇਹ ਭਾਈ ਪਰਮੇਸ਼ਰ ਆਪ ਹੀ ਮਾਇਆ ਸਬਲ ਹੋ ਕੇ ਸਾਰੇ ਪਦਾਰਥਾਂ ਨੂੰ, ਸਾਰੇ ਜੀਵਾਂ ਨੂੰ ਕਰਤਾ ਰਚਣ ਵਾਲਾ ਹੈ ਅਤੇ ਆਪ ਹੀ ਸਾਖੀ ਰੂਪ ਹੋ ਕੇ ਸਾਰੇ ਪਦਾਰਥਾਂ ਦੇ ਭੁਗਣ ਵਾਲਾ ਹੈ। ਇੱਥੇ ਵਿਸ਼ਰਾਮ ਦਿੰਦੇ ਹਨ। ਆਪੇ ਰਸੀਆ, ਆਪ ਰਸ, ਆਪੇ ਰਾਮਣਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਹਾਰ, ਰੰਗ ਰਤਾ ਮੇਰਾ ਸਾਹਿਬ, ਰਵ ਰਹਿਆ ਭਰਪੂਰ ਰਹਾਓ। ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ, ਆਪੇ ਜਾਲ ਮਣਕੜਾ, ਆਪੇ ਅੰਦਰ ਲਾਲ, ਆਪੇ ਬਹੁਵਿਧ ਰੰਗੋਲਾ, ਸਖੀਏ ਮੇਰਾ ਲਾਲ। ਸੁਣ ਤੋ ਕਰਤਾ ਪੇਖਤ ਕਰਤਾ। ਆਪ ਹੀ ਰਚਨਹਾਰ ਪਰਮੇਸ਼ਰ ਸੁਣਨ ਵਾਲਾ ਹੈ ਅਤੇ ਆਪ ਹੀ ਰਚਨਹਾਰ ਪਰਮੇਸ਼ਰ ਸਾਰਿਆਂ ਦੇ ਅੰਦਰ ਚੇਤਨ ਰੂਪ ਹੋ ਕੇ ਵੇਖਣ ਵਾਲਾ ਹੈ। ਪੇਖਣ ਸੁਨਨ ਸੁਨਾਮਨੋ ਮਨ ਮਹਿ ਦ੍ਰਿੜੀ ਹੈ ਸਾਚ। ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ। ਉਹ ਜੋ ਵਾਹਿਗੁਰੂ ਹੈ ਰਚਨਹਾਰ ਪਰਮੇਸ਼ਰ ਆਪ ਹੀ ਦਿਸਣ ਤੋਂ ਰਹਿਤ ਹੈ। ਭਾਵ ਸੂਖਮ ਤੋਂ ਸੂਖਮ ਰੂਪ ਹੈ। ਜੋ ਹਿਰਨ ਗਰਭ ਅਭਿਆਕ੍ਰਿਤ ਇਹ ਮਾਇਕੀ ਪ੍ਰਕਾਸ਼ ਹੈ। ਇਸ ਤੋਂ ਵੀ ਦਿਸਣ ਤੋਂ ਰਹਿਤ ਹੈ ਅਤੇ ਆਪ ਹੀ ਰਚਨਹਾਰ ਪਰਮੇਸ਼ਰ ਦੇਖਣ ਵਾਲਾ ਹੈ। ਜਾਂ ਇਸੇ ਪ੍ਰਕਾਰ ਸੁਣ ਤੋ ਕਰਤਾ ਪੇਖਤ ਕਰਤਾ। ਜੋ ਕਰਤਾ ਅਕਾਲ ਪੁਰਖ ਵਾਹਿਗੁਰੂ ਹੈ, ਸਾਰਿਆਂ ਦੀ ਰਾਹੀਂ ਆਪ ਹੀ ਸੁਣ ਰਿਹਾ ਹੈ। ਜੋ ਵੀ ਜੀਆ ਜਨ ਸੁਣ ਰਹੇ ਨੇ ਸਾਰਿਆਂ ਦੇ ਵਿੱਚ ਬੈਠ ਕੇ ਆਪ ਸੁਣ ਰਿਹਾ ਅਰੇ ਆਪ ਹੀ ਸਭਨਾਂ ਦੀਆਂ ਅੱਖਾਂ ਦੇ ਰਾਹੀਂ ਵੇਖ ਰਿਹਾ ਹੈ। ਸਹਿਸ ਤਵ ਨੈਣ ਨਨ ਨੈਣ ਹਹਿ ਤੋਹਿ ਕੋ, ਸਹਿਸ ਮੂਰਤ ਨਨ ਏਕ ਤੋਹੀ, ਸਹਿਸ ਪਦ ਵਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਇਉਂ ਇਹ ਵਾਹਿਗੁਰੂ ਤੇਰੇ ਹਜ਼ਾਰਾਂ ਹੀ ਨੇਤਰ ਨੇ। ਸਰਗੁਣ ਸਰੂਪ ਦੇ ਵਿੱਚ ਜਿੰਨੀ ਦੁਨੀਆ ਅੱਖਾਂ ਦੀ ਰਾਹੀਂ ਤੂੰ ਹੀ ਦੇਖ ਰਿਹਾ।
ਤੇਰੇ ਹਜ਼ਾਰਾਂ ਹੀ ਕੰਨ ਹਨ, ਨਾਸਕਾਵਾਂ ਨੇ, ਸਭ ਜੀਆਂ ਦੇ ਅੰਦਰ ਤੂੰ ਹੀ ਸੁੰਘ ਰਿਹਾ, ਤੂੰ ਹੀ ਸੁਣ ਰਿਹਾ। ਪਰ ਨਿਰਗੁਣ ਰੂਪ ਦੇ ਵਿੱਚ ਇਹ ਕੁਝ ਵੀ ਨਹੀਂ ਹੈ। ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼ਰਧਾ ਸੰਯੁਕਤ ਹੋ ਕੇ ਪ੍ਰਭੂ ਦੀ ਵਿਸ਼ਾਲਤਾ ਦਾ ਤੇ ਸੂਖਸ਼ਮਤਾ ਦਾ ਵਰਣਨ ਕੀਤਾ ਹੈ। ਸੋ ਇਸ ਵਾਸਤੇ ਇਹ ਮੇਰੇ ਪਰਮਾਤਮਾ, ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਅੱਖੀ ਅੰਦਰ ਦੇਖਦਾ, ਸਭਨਾਂ ਦੀਆਂ ਅੱਖਾਂ ਦੇ ਵਿੱਚ ਉਹ ਵਾਹਿਗੁਰੂ ਵੇਖ ਰਿਹਾ। ਅੱਖਾਂ ਦੇ ਰਾਹੀਂ ਪਰਮਾਤਮਾ ਹੀ ਸਭ ਕੁਝ ਦੇਖ ਦਿਖਾ ਰਿਹਾ ਹੈ। ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ, ਹੇ ਮੇਰੇ ਮਾਲਕਾ, ਜਦ ਤੂੰ ਆਪਣੀ ਜੋਤ ਅੱਖਾਂ ਦੇ ਵਿੱਚੋਂ ਖਿੱਚ ਲੈਂਦਾ ਹੈ। ਅੱਖਾਂ ਤਾਂ ਬਹੁਤ ਸੋਹਣੀਆਂ ਚੰਗੀਆਂ ਭਲੀਆਂ ਹੁੰਦੀਆਂ ਨੇ। ਡਾਕਟਰ ਕਹਿੰਦੇ ਨੇ ਵੀ ਡੋਨੇਟ ਕਰ ਦਿਓ ਜਿਉਂਦੇ ਜੀ, ਕਿਉਂਕਿ ਜਦ ਤੁਸੀਂ ਚੜ੍ਹਾਈ ਕਰੋ ਕੁਝ ਕੁ ਮਿੰਟ ਟਾਈਮ ਹੁੰਦਾ, ਉਹਦੇ ਵਿੱਚ ਅੱਖਾਂ ਨੂੰ ਕੱਢ ਕੇ ਤੂੰ ਕਿਸੇ ਹੋਰ 'ਚ ਪਾ ਦੇਣ ਜਿਹਦੇ 'ਚ ਰੱਬ ਦੀ ਜੋਤ ਅਜੇ ਮੌਜੂਦ ਹੈ, ਤਾਂ ਫਿਰ ਅੱਖਾਂ ਦੁਬਾਰਾ ਤੋਂ ਫਿਰ ਵੇਖਣ ਲੱਗ ਪੈਂਦੀਆਂ ਨੇ। ਪਰ ਜਿਹਦੇ 'ਚੋਂ ਨਿਕਲ ਗਈ ਹੈ, ਯਾਨੀ ਮੁਰਦਾ ਸਰੀਰ ਹੋ ਗਿਆ, ਉਹਦੇ 'ਚੋਂ ਵੇਖ ਨਹੀਂ ਸਕਣਗੀਆਂ। ਸੋ ਇਸ ਲਈ ਅੱਖਾਂ ਨਹੀਂ ਦੇਖ ਰਹੀਆਂ। ਸਾਇੰਸ ਵਾਲੇ ਕਹਿੰਦੇ ਨੇ ਕਿ ਸੂਰਜ ਤੋਂ ਪ੍ਰਕਾਸ਼ ਲੈ ਕੇ ਦੇਖਦੀਆਂ ਨੇ, ਪਰ ਇੰਜ ਵੀ ਨਹੀਂ ਹੈ। ਜੇ ਕੋਈ ਪੁੱਛੇ ਕਿ ਸੂਰਜ ਕਿੱਥੋਂ ਪ੍ਰਕਾਸ਼ ਲੈ ਕੇ ਚਮਕਦਾ ਹੈ, ਫਿਰ ਗੱਲ ਤਾਂ ਰੱਬ ਤੇ ਹੀ ਮੁੱਕੂਗੀ। ਇਉਂ ਸੂਰਜ ਵਿੱਚ ਵੀ ਉਹਦਾ ਪ੍ਰਕਾਸ਼ ਹੈ, ਚੰਦਰਮਾ ਦੇ ਵਿੱਚ ਵੀ ਉਹਦਾ ਪ੍ਰਕਾਸ਼ ਹੈ, ਧਰਤੀ ਦੇ ਵਿੱਚ ਵੀ ਉਹਦਾ ਹੀ ਪ੍ਰਕਾਸ਼ ਹੈ, ਅੱਖਾਂ ਦੇ ਵਿੱਚ ਵੀ ਉਹਦਾ ਹੀ ਚਾਨਣ ਹੈ। हे ਪ੍ਰਮਾਤਮਾ, ਸਭ ਕਰਤਾ ਸਭ ਭੁਗਤਾ, ਸਭਨਾਂ ਦੇ ਵਿੱਚ ਕਰਨ ਵਾਲਾ ਤੇ ਭੋਗਣ ਵਾਲਾ ਤੂੰ ਹੀ ਹੈ। ਰਚਦਾ ਵੀ ਤੂੰ ਹੈ, ਭੋਗਦਾ ਵੀ ਤੂੰ ਹੈ। ਇਹ ਕਰਤਾ, ਸੁਣਦਾ ਵੀ ਤੂੰ ਹੈ ਤੇ ਦੇਖਦਾ ਵੀ ਤੂੰ ਹੈ। ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ, ਅਗਿਆਨੀ ਪੁਰਖਾਂ ਦੇ ਵਿੱਚ ਵੀ ਪਰਮੇਸ਼ਰ ਆਪ ਹੀ ਹੈ ਤੇ ਬ੍ਰਹਮ ਗਿਆਨੀ ਪੁਰਖਾਂ ਵਿੱਚ ਵੀ ਕਰਤਾ ਪੁਰਖ ਆਪ ਹੀ ਵਿਆਪਕ ਹੈ। ਓਪਦ ਕਰਤਾ ਪਰਲੋ ਕਰਤਾ, ਸਾਰਿਆਂ ਦੀ ਉਤਪਤੀ ਕਰਨ ਵਾਲਾ ਵੀ ਰਚਨਹਾਰ ਪਰਮੇਸ਼ਰ ਹੀ ਹੈ। ਸਭਨਾਂ ਦੀ ਪਰਲੋ ਨਾਸ਼ ਕਰਨ ਵਾਲਾ ਵੀ ਰਚਨਹਾਰ ਪਰਮੇਸ਼ਰ ਹੀ ਹੈ। ਇਸੇ ਪ੍ਰਕਾਰ ਓਪਦ ਕਰਤਾ ਪਰਲੋ ਕਰਤਾ, ਭਵੇਕੀ ਪੁਰਖਾਂ ਦੇ ਹਿਰਦੇ ਵਿੱਚ ਗਿਆਨ ਦੀ ਉਤਪਤੀ ਕਰਨ ਵਾਲਾ ਵੀ ਪਰਮੇਸ਼ਰ ਆਪ ਹੀ ਹੈ ਅਤੇ ਆਪ ਹੀ ਅਗਿਆਨ ਦੀ ਪਰਲੋ ਕਰਨ ਵਾਲਾ ਹੈ। ਵਿਆਪਤ ਕਰਤਾ ਲਿਪਤੋ ਕਰਤਾ, ਕਰਤਾ ਰਚਨਹਾਰ ਪਰਮੇਸ਼ਰ ਆਪ ਹੀ ਸਾਰੇ ਆਕਾਰਾਂ ਦੇ ਵਿੱਚ ਵਿਆਪਿਆ ਮਿਲਿਆ ਹੋਇਆ ਹੈ ਅਤੇ ਕਰਤਾ ਰਚਨਹਾਰ ਪਰਮੇਸ਼ਰ ਆਪ ਹੀ ਸਭਨਾਂ ਤੋਂ ਅਲਿਪਤੋ ਨਿਰਲੇਪ ਹੈ। ਭਗਤੋ ਕਰਤਾ ਬੂਝਤ ਕਰਤਾ, ਕਰਤਾ ਰਚਨਹਾਰ ਪਰਮੇਸ਼ਰ ਸਤਿਗੁਰੂ ਰੂਪ ਹੋ ਕੇ ਵਕਤਵ ਕਰਨ ਵਾਲਾ ਵੀ ਆਪ ਹੀ ਹੈ ਅਤੇ ਆਪ ਹੀ ਕਰਤਾ ਰਚਨਹਾਰ ਪਰਮੇਸ਼ਰ ਕਥਨ ਕੀਤੇ ਨੂੰ ਜਗਿਆਸੂ ਰੂਪ ਹੋ ਕੇ ਸਮਝਣ ਵਾਲਾ ਹੈ। ਆਵਤ ਕਰਤਾ ਜਾਤ ਪਿਕਰਤਾ, ਰਚਨਹਾਰ ਪਰਮੇਸ਼ਰ ਆਪ ਹੀ ਮੁਕਤ ਹੋਣ ਵਾਸਤੇ ਜਗਿਆਸੂ ਰੂਪ ਹੋ ਕੇ ਗੁਰਾਂ ਦੀ ਸ਼ਰਨ ਵਿੱਚ ਆਉਂਦਾ ਹੈ। ਆਪੇ ਸੰਗਤ ਸਦ ਬਹਾਲ ਫਿਰ ਆਪੇ ਹੀ ਵਿਦਾ ਕਰਾਵੇ। ਗੁਰਾਂ ਦਾ ਉਪਦੇਸ਼ ਲੈ ਕੇ ਆਪਣੇ ਸਰੂਪ ਦੇ ਵਿੱਚ ਅਭੇਦ ਹੋਣ ਲਈ ਵੀ ਵਿਸਰਜਨ ਕਰ ਦਿੰਦਾ ਕਿ ਜਾਓ ਸਰੀਰ ਦਾ ਮੋਹ ਛੱਡ ਕੇ ਤੁਸੀਂ ਅਭੇਦ ਹੋ ਜਾਓ। ਇਉਂ ਕਰਤਾ ਆਪ ਹੀ ਜਾਂਦਾ, ਭਾਵ ਆਪ ਹੀ ਮੁਕਤ ਹੋ ਕੇ ਆਪਣੇ ਸੱਚ ਸਰੂਪ ਦੇ ਵਿੱਚ ਜਾਣ ਵਾਲਾ ਹੈ। ਨਿਰਗੁਣ ਕਰਤਾ ਸਰਗੁਣ ਕਰਤਾ, ਰਚਨਹਾਰ ਪਰਮੇਸ਼ਰ ਆਪ ਹੀ ਗੁਣਾਂ ਤੋਂ ਅਤੀਤ ਹੈ ਅਰੇ ਆਪ ਹੀ ਰਚਨਹਾਰ ਪਰਮੇਸ਼ਰ ਗੁਣਾਂ ਦੀ ਸਹਿਤ ਹੈ
ਇਸੇ ਪ੍ਰਕਾਰ। ਨਿਰਗੁਣ ਕਰਤਾ ਸਰਗੁਣ ਕਰਤਾ। ਆਪ ਹੀ ਨਿਰਾਕਾਰ ਰੂਪ ਹੈ, ਆਪ ਹੀ ਨਿਰਗੁਣ ਜੀਵ ਰੂਪ ਹੈ, ਅਰੇ ਆਪ ਹੀ ਸਰਗੁਣ ਸਰੂਪ ਦੇ ਵਿੱਚ ਮਾਇਆ ਸਬਲ ਹੋ ਕੇ ਜਗਤ ਨੂੰ ਪੈਦਾ ਕਰਨ ਵਾਲਾ ਹੈ। ਗੁਰ ਪ੍ਰਸਾਦ ਨਾਨਕ ਸਮਦ੍ਰਿਸ਼ਟਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਸਤਿਗੁਰਾਂ ਦੀ ਕਿਰਪਾ ਕਰਕੇ ਹੀ ਸਮਾਨ ਦ੍ਰਿਸ਼ਟੀ ਹੋਈ ਹੈ, ਜਾਂ ਇੱਕ ਸਾਰ ਪਰਮੇਸ਼ਰ ਨੂੰ ਸਭ ਥਾਵਾਂ ਦੇ ਵਿੱਚ ਅਸਾਂ ਨੇ ਗੁਰਾਂ ਦੀ ਕਿਰਪਾ ਦੇ ਨਾਲ ਹੀ ਵਿਆਪਕ ਦੇਖੀਏ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਰ, ਪ੍ਰਭ ਬਿਨਾਂ ਨਹੀਂ ਜਾਣੀਐ। ਇਸ ਤੁਕ ਦੇ ਸਿਧਾਂਤ ਨਾਲ ਮਿਲਦੀ ਭਾਈ ਕਨ੍ਹਈਆ ਜੀ ਦੇ ਜੀਵਨ ਦੀ ਸਾਖੀ ਹੈ। ਭਾਈ ਕਨ੍ਹਈਆ ਸਾਹਿਬ ਜੀ ਧੰਮਣ ਗੋਤ ਦੇ ਖੱਤਰੀ ਗੁਰਸਿੱਖ ਸਨ, ਜੋ ਨਾਮੀ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਵੇਲੇ ਗੁਰੂ ਕੇ ਲੰਗਰ ਦੇ ਵਿੱਚ ਜਲ ਢੋਣ ਦੀ ਸੇਵਾ ਕਰਿਆ ਕਰਦੇ ਸਨ। ਦਸ਼ਮੇਸ਼ ਪਿਤਾ ਜੀ ਵੇਲੇ ਸ੍ਰੀ ਅਨੰਦਪੁਰ ਸਾਹਿਬ ਦੇ ਜੰਗਾਂ ਯੁੱਧਾਂ ਦੇ ਮੌਕੇ ਜ਼ਖਮੀ ਸਿੱਖਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਕਰਦੇ ਸਨ। ਇੱਕ ਵਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖਾਂ ਦਾ ਤੁਰਕਾਂ ਦੇ ਨਾਲ ਭਿਆਨਕ ਯੁੱਧ ਹੋ ਰਿਹਾ ਸੀ, ਜਿਸ ਵਿੱਚ ਤੁਰਕਾਂ ਦੇ ਵੱਡੇ ਵੱਡੇ ਜਰਨੈਲ ਸੂਰਮੇ ਮੁਗਲ ਸਰਕਾਰ ਨੂੰ ਖੁਸ਼ ਕਰਨ ਲਈ ਆਪਣਾ ਪੂਰਾ ਤਾਣ ਲਾ ਰਹੇ ਸਨ। ਇਹਨਾਂ ਦੇ ਵਿੱਚੋਂ ਰੋਪੜ ਦਾ ਇੱਕ ਪਠਾਨ ਕਹਿੰਦਾ ਸੀ ਕਿ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਲਿਆਵਾਂਗਾ। ਇਤਨੀ ਨਫ਼ਰਤ ਵਾਲਾ ਤੇ ਹੰਕਾਰੀ ਪਠਾਨ ਜਦ ਯੁੱਧ ਵਿੱਚ ਲੜਦਾ ਹੋਇਆ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਧਰਤੀ ਤੇ ਡਿੱਗ ਪਿਆ ਤੇ ਪਾਣੀ ਪਾਣੀ ਪੁਕਾਰਨ ਲੱਗਾ, ਪਰ ਕਿਸੇ ਨੇ ਵੀ ਇਹਦੀ ਸਾਰ ਨਾ ਲਈ। ਇੰਨੇ 'ਚ ਭਾਈ ਕਨ੍ਹਈਆ ਜੀ ਇਹਦੀ ਪਾਣੀ ਪਾਣੀ ਦੀ ਪੁਕਾਰ ਸੁਣ ਕੇ ਇਹਦੇ ਕੋਲ ਆ ਗਏ। ਸਾਧ ਸੰਗਤ ਜੀਓ, ਮਸ਼ਕ ਦੇ ਵਿੱਚ ਪਾਣੀ ਪਾ ਕੇ ਵਰਤਾਉਂਦੇ ਸਨ। ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ 5 ਕਿਲੇ ਨੇ, 4 ਤਾਂ ਆਪਣੇ ਦੇਖੇ ਹੋਣਗੇ, ਪਰ 5ਵੇਂ ਕਿਲੇ ਤੇ ਕੋਈ ਕੋਈ ਪ੍ਰੇਮੀ ਜਾਂਦਾ। ਉਹ ਕਿਲੇ ਦਾ ਨਾਮ ਹੈ ਕਿਲਾ ਤਾਰਾਗੜ੍ਹ ਸਾਹਿਬ, ਜੋ ਸ੍ਰੀ ਅਨੰਦਪੁਰ ਸਾਹਿਬ ਤੋਂ 5 ਕਿਲੋਮੀਟਰ ਘੱਟੋ ਘੱਟ ਦੂਰ ਹੈ, ਵੱਧ ਹੀ ਹੋਵੇਗਾ। ਕੋਈ ਕੋਈ ਉੱਥੇ ਪੁੱਜਦਾ, ਬਿਲਕੁਲ ਟੀਸੀ ਤੇ ਪਹਾੜੀ ਦੇ ਉੱਪਰ ਹੈ। ਜਦ ਕਿਲਾ ਤਾਰਾਗੜ੍ਹ ਦੇ ਦਰਸ਼ਨ ਕਰਨ ਜਾਈਏ ਤਾਂ ਖੱਬੇ ਹੱਥ ਪਹਾੜੀ ਤੋਂ ਹੇਠਾਂ ਇੱਕ ਡਰੇਨ ਪੈਂਦੀ, ਨਦੀ ਪੈਂਦੀ ਹੈ, ਪਹਾੜੀ ਚੋਅ ਪੈਂਦਾ, ਉਹਦੇ ਵਿੱਚ ਦੀ ਪਹਿਲਾਂ ਲੰਘ ਕੇ ਜਾਈਦਾ ਸੀਗਾ। ਤੇ ਝੁੱਗੀਆਂ ਝੌਂਪੜੀਆਂ ਦੇ ਵਿੱਚ ਛੋਟਾ ਜਿਹਾ ਚਬੱਚਾ ਹੁੰਦਾ ਸੀ, ਸੀਮਟਡ ਬਣਿਆ ਹੋਇਆ। ਕੋਈ ਉੱਥੇ ਬੋਰ ਨਹੀਂ ਪਾਣੀ ਦਾ, ਕੋਈ ਉੱਥੇ ਹੈਂਡ ਪੰਪ ਨਹੀਂ, ਕੋਈ ਬੋਕੀ, ਕੋਈ ਹੈਂਡਲ ਦੀ ਲੋੜ ਨਹੀਂ। ਪਹਾੜੀ ਇਲਾਕਾ ਹੈ, ਉਹ ਛੋਟੇ ਜਿਹੇ ਚਬੱਚੇ 'ਚ ਪਾਣੀ ਮੁੱਕਦਾ ਹੀ ਨਹੀਂ ਸੀ। ਆਪਾਂ ਸਪੈਸ਼ਲ ਜਾਣਾ, ਝੌਂਪੜੀਆਂ ਵਾਲੇ ਲੋਕ ਉੱਥੋਂ ਪਾਣੀ ਲੈ ਕੇ ਜਾਂਦੇ, ਬੜਾ ਹੀ ਮਿੱਠਾ ਪਾਣੀ ਉੱਥੋਂ ਛਕ ਕੇ ਆਉਣਾ। ਕਹਿੰਦੇ ਵੀ ਇਹ ਭਾਈ ਕਨ੍ਹਈਆ ਜੀ ਦੀ ਬੌਲੀ ਸਾਹਿਬ ਹੈ, ਉਹ ਆਪਣੇ ਆਪ ਹੀ ਵਿੱਚੋਂ ਧਰਤੀ ਚੋਂ ਪਾਣੀ ਨਿਕਲਦਾ ਤੇ ਚਬੱਚਾ ਭਰਿਆ ਹੀ ਰਹਿੰਦਾ, ਉੱਪਰ ਨੂੰ ਵੀ ਨਹੀਂ ਆਉਂਦਾ ਤੇ ਮੁੱਕਦਾ ਵੀ ਨਹੀਂ। ਹੈਰਾਨੀ ਦੀ ਗੱਲ। ਨਿਸ਼ਕਾਮ ਸੇਵਾ ਵਾਲੇ ਇੰਗਲੈਂਡ ਬਰਮਿੰਘਮ ਤੋਂ ਸੰਤ ਮਹਿੰਦਰ ਸਿੰਘ ਜੀ, ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੋਨਾ ਲਵਾਉਣ ਦੀ ਸੇਵਾ ਕੀਤੀ, ਉਹਨਾਂ ਸੰਤਾਂ ਦੀ ਕਿਰਪਾ ਹੋਈ ਤੇ ਉਹਨਾਂ ਨਦੀ ਦੇ ਉੱਪਰ ਪੁਲ ਬਣਾ ਦਿੱਤਾ। ਬੜਾ ਸੋਹਣਾ ਪੁਲ ਬਣਿਆ ਹੋਇਆ, ਬੜੀ ਸੁੰਦਰ ਲੋਕੇਸ਼ਨ ਬਣਾ ਕੇ ਇੰਨਾ ਆਲੀਸ਼ਾਨ ਵਧੀਆ ਗੁਰਦੁਆਰਾ ਬਣਾਇਆ ਤੇ ਬੌਲੀ ਸਾਹਿਬ ਨੂੰ ਕਵਰ ਕਰਕੇ ਉੱਤੇ ਉਹਦੀ ਗੁੰਮਟ ਲਾ ਕੇ ਤੇ ਉਹਦੇ ਤੇ ਇਤਿਹਾਸ ਲਿਖ ਦਿੱਤਾ ਪੱਕਾ ਮਰਿਆਦਾ ਦੇ ਨਾਲ ਕਿ ਇਹ ਭਾਈ ਕਨ੍ਹਈਆ ਜੀ ਦੀ ਬੌਲੀ ਸਾਹਿਬ ਹੈ। ਭਾਈ ਸਾਹਿਬ ਉੱਥੋਂ ਜਲ ਭਰਦੇ ਸਨ ਮਸ਼ਕ ਦੇ ਵਿੱਚ ਤੇ ਆਲੇ ਦੁਆਲੇ
ਜੰਗ ਦੇ ਵਿੱਚ ਤੁਰ ਫਿਰ ਕੇ ਬਿਨਾਂ ਕਿਸੇ ਡਰ ਡੁੱਕਰ ਤੋਂ ਮੁਸਲਮਾਨਾਂ ਨੂੰ ਵੀ ਪਿਆਈ ਜਾਂਦੇ, ਸਿੰਘਾਂ ਨੂੰ ਤਾਂ ਭਲਾ ਪਿਆਉਣਾ ਹੀ ਹੈ। ਜਦ ਉਹ ਪਠਾਨ ਨੇ ਪਾਣੀ ਪਾਣੀ ਪੁਕਾਰਿਆ, ਭਾਈ ਸਾਹਿਬ ਦੇ ਕੋਲ ਆ ਗਏ। ਬਿਨਾਂ ਕਿਸੇ ਭਿੰਨ ਭੇਦ ਵਿਤਕਰੇ ਤੋਂ ਸਭ ਜ਼ਖਮੀ ਸੈਨਿਕਾਂ ਨੂੰ ਪਾਣੀ ਪਿਲਾ ਰਹੀ ਸੀ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਨਾ ਕੋਈ ਉਹਨਾਂ ਦੀ ਦ੍ਰਿਸ਼ਟੀ 'ਚ ਵੈਰੀ, ਨਾ ਹੀ ਕੋਈ ਬੇਗਾਨਾ ਸੀ। ਭਾਵ ਸਤਿਗੁਰਾਂ ਦੀ ਕਿਰਪਾ ਸਦਕਾ ਉਹਨਾਂ ਦੀ ਇੱਕ ਬਰਾਬਰ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਮਾਨ। ਹਵਾ ਨੇ ਕਦੀ ਵਿਤਕਰਾ ਕੀਤਾ? ਦੱਸੋ। ਉਹ ਮੁਸਲਮਾਨ ਨੂੰ ਵੀ ਉਸੇ ਤਰ੍ਹਾਂ ਲੱਗਦੀ ਹੈ, ਹਿੰਦੂ ਨੂੰ ਵੀ ਉਸੇ ਤਰ੍ਹਾਂ ਲੱਗਦੀ ਹੈ, ਸਿੱਖ ਨੂੰ ਵੀ ਉਸੇ ਤਰ੍ਹਾਂ ਲੱਗਦੀ ਹੈ। ਕਦੀ ਪਾਣੀ ਨੇ ਵਿਤਕਰਾ ਕੀਤਾ ਕਿ ਮੁਸਲਮਾਨ ਮੈਨੂੰ ਨਾ ਪੀਵੇ। ਜਿਵੇਂ ਪੰਜਾਂ ਤੱਤਾਂ ਦੀ ਧਾਰਨਾ ਹੈ, ਅੱਗ ਸਭਨਾਂ ਨੂੰ ਠੰਡ ਦੇ ਵਿੱਚ ਗਰਮ ਕਰਕੇ ਸੇਕ ਦਿੰਦੀ ਹੈ, ਉਹਦਾ ਸੁਭਾਅ ਹੀ ਹੈ। ਭਾਵੇਂ ਮੁਸਲਮਾਨ ਉਹਦੇ ਕੋਲ ਚਲਾ ਜਾਏ, ਭਾਵੇਂ ਹਿੰਦੂ ਚਲਾ ਜਾਏ, ਉਹ ਸਭਨਾਂ ਨੂੰ ਹੀਟ ਕਰਦੀ ਹੈ, ਸਭਨਾਂ ਦੇ ਪ੍ਰਸ਼ਾਦੇ ਪਕਾਉਂਦੀ ਹੈ। ਇੰਝ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਇੱਕ ਬਰਾਬਰ ਹੋ ਜਾਂਦੀ ਹੈ। ਸੋ ਪਠਾਨ ਨੇ ਸਿੱਖ ਦਾ ਚਿਹਰਾ ਵੇਖਿਆ। ਭਾਈ ਕਨ੍ਹਈਆ ਜੀ ਦੀ ਜਿਹੜੀ ਮਸ਼ਕ ਸੀਗੀ ਉਹ ਚਮੜੇ ਦੀ ਸੀਗੀ, ਜਿਹਦੇ ਵਿੱਚ ਪਾਣੀ ਗਰਮ ਨਹੀਂ ਹੁੰਦਾ, ਠੰਡਾ ਰਹਿੰਦਾ ਹੈ। ਆ ਟਰੱਕਾਂ ਵਾਲਿਆਂ ਨੇ ਵੀ ਸਾਈਡ ਤੇ ਜਾਂ ਤਾਂ ਉਹ ਟਰੱਕ ਦੀ ਟਿਊਬ ਵੀ ਕੱਟ ਕੇ ਮਸ਼ਕ ਬਣਾਈ ਹੁੰਦੀ, ਜਾਂ ਚਮੜੇ ਦੀਆਂ ਸਪੈਸ਼ਲ ਟੰਗੀਆਂ ਹੁੰਦੀਆਂ ਨੇ। ਜਦ ਉਹਨੇ ਵੇਖਿਆ ਵੀ ਇਹ ਚਰਮ ਪਾਤਰ ਮਸ਼ਕ ਦੇ ਵਿੱਚ ਪਾਣੀ ਭਰਿਆ ਹੋਇਆ ਹੈ, ਉਹਨੇ ਘਗਿਆ ਕੇ ਬੇਨਤੀ ਕੀਤੀ, ਹੇ ਸਿੱਖਾ ਮੈਨੂੰ ਜੀ ਦਾਨ ਦੇ, ਮੇਰੇ ਮੂੰਹ 'ਚ ਪਾਣੀ ਪਾ। ਉਹਨੇ ਜੀ ਦਾਨ ਮੰਗਿਆ। ਭਾਈ ਸਾਹਿਬ ਕਹਿਣ ਲੱਗੇ, ਪਾਣੀ ਹਾਜ਼ਰ ਹੈ, ਪੀਓ, ਕੋਈ ਇਹਦੇ 'ਚ ਪਰੇਸ਼ਾਨੀ ਨਹੀਂ, ਮੈਂ ਕਦ ਨਾ ਕੀਤੀ ਹੈ। ਪਰ ਪਠਾਨ ਨੇ ਕਿਹਾ, ਹੇ ਸਿੱਖਾ ਬਾਹਾਂ ਟੁੱਟ ਚੁੱਕੀਆਂ ਨੇ, ਹੱਥ ਮੇਰੇ ਕੰਮ ਨਹੀਂ ਕਰਦੇ, ਮੈਂ ਆਪ ਉੱਠ ਕੇ ਪਾਣੀ ਨਹੀਂ ਪੀ ਸਕਦਾ। ਤਦ ਭਾਈ ਕਨ੍ਹਈਆ ਜੀ ਨੇ ਆਪਣੇ ਗੋਡੇ ਦਾ ਸਹਾਰਾ ਦੇ ਕੇ ਉਹਦਾ ਸਿਰ, ਉਹਦਾ ਮੂੰਹ ਤਾਂ ਨੂੰ ਚੁੱਕਿਆ ਤੇ ਹੱਥ ਜਿਸ ਤਰ੍ਹਾਂ ਨਿਆਣਿਆਂ ਦੇ ਮੂੰਹ ਨੂੰ ਲਾਈਦਾ ਰਾਹ ਜਾਂਦਿਆਂ ਪਾਣੀ ਪਿਆਉਣ ਲਈ, ਇਉਂ ਹੱਥ ਦੀ ਚੁਲੀ ਬਣਾ ਕੇ ਉਹਦੇ ਮੂੰਹ ਨੂੰ ਲਾਤੀ ਤੇ ਦੂਜੇ ਹੱਥ ਨਾਲ ਪਾਣੀ ਪਾਇਆ। ਉਹਨੇ ਪਾਣੀ ਪੀ ਕੇ ਸੋਚਿਆ, ਵਾਹ ਖੁਦਾ, ਮਾਰਨ ਵਾਲੇ ਵੀ ਸਿੱਖ ਤੇ ਪਾਣੀ ਪਿਲਾ ਕੇ ਬਚਾਉਣ ਵਾਲੇ ਵੀ ਸਿੱਖ, ਇੱਕ ਐਸੇ ਇਨਸਾਨ ਨੇ। ਫਿਰ ਭਾਈ ਕਨ੍ਹਈਆ ਜੀ ਦੇ ਦੱਸਣ ਤੋਂ ਸਮਝ ਆਈ ਕਿ ਇਹਨਾਂ ਦੇ ਲੜਨ ਤੇ ਸਾਡੇ ਲੜਨ 'ਚ ਬਹੁਤ ਫਰਕ ਹੈ। ਇਹ ਧਰਮ ਨਾਲ ਹੀ ਲੜਦੇ ਨੇ ਔਰ ਅਸੀਂ ਬੇਈਮਾਨੀ ਨਾਲ ਲੜਦੇ ਹਾਂ। ਕਾਸ਼ ਇਹੋ ਜਿਹੇ ਨਫ਼ਰਤ ਵਾਲੇ ਮੁਸਲਮਾਨ ਬਣਨ ਤੋਂ ਤਾਂ ਮੈਂ ਇੱਕ ਸਿੱਖ ਹੀ ਹੁੰਦਾ ਤਾਂ ਚੰਗਾ ਸੀ, ਜਿਨ੍ਹਾਂ 'ਚ ਇੰਨਾ ਪਿਆਰ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਸਮਝਾਇਆ, ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੇ। ਕੱਲ ਵੇਖੋ ਪੁਲਿਸ ਵਾਲਿਆਂ ਨੇ ਬੰਦਾ ਹੀ ਮਾਰ ਸੁੱਟਿਆ ਸਾਡਾ, ਇੱਕ ਵਿਚਾਰਾ ਕਿਸਾਨ ਨੌਜਵਾਨ, ਨਵਾਂ ਵਿਆਹਿਆ, ਘਰ ਵਾਲੀ ਵਿਚਾਰੀ ਘਰ ਡੀਕ ਰਹੀ ਹੈ, ਗੋਲੀ ਮਾਰ ਕੇ ਉਹਦਾ ਟਰੈਕਟਰ ਹੀ ਪਲਟਾ ਸੁੱਟਿਆ। ਕਿੰਨੇ ਨਿਰਦਈ ਲੋਕ ਨੇ। ਤੇ ਸਿੱਖਾਂ ਦੀਆਂ ਮੈਂ ਮੂਵੀਆਂ ਵੇਖੀਆਂ ਕਿਸਾਨਾਂ ਦੀਆਂ, ਉਹ ਜਿੰਨਾ ਪੁਰਾਣੀਆਂ ਡੰਡੇ ਮਾਰ ਮਾਰ ਸੁਰਤ ਬਦਲਾਤੀ ਉਹਨਾਂ ਦੀ, ਵਿਛਾੜਾਂ ਪਾ ਪਾ ਕੇ ਸਿਰ ਘੁਮਾਤਾ, ਰੋਕਾਂ ਲਾ ਲਾ ਕੇ ਜ਼ੋਰ ਲਵਾ ਸੁੱਟੇ। ਉਹਨਾਂ ਨੂੰ ਕਹਿੰਦੇ ਬੈਠੋ ਰੋਟੀਆਂ ਖਾਓ। ਉਹ ਵੀ ਮੰਨ ਗਏ ਵੀ ਸੱਚਮੁੱਚ ਹੀ ਜੇ ਹੈ ਤਾਂ ਗੁਰੂ ਕਾ ਲੰਗਰ ਸਿੱਖਾਂ ਦੇ ਕੋਲ ਹੀ ਹੈ, ਹੋਰ ਕਿਸੇ ਕੌਮ ਦੇ ਵਿੱਚ ਇਹ ਦਾਤ ਨਹੀਂ ਹੈ। ਗੁਰੂ ਕਲਗੀਧਰ ਮਹਾਰਾਜ ਦੇ ਲੰਗਰ ਦੇ ਵਿੱਚ ਵੀ ਜਦ ਸ਼ਾਮ ਨੂੰ ਨਗਾਰਾ ਖੜਕਦਾ ਤੇ ਮੁਸਲਮਾਨ ਵੀ ਆ ਕੇ ਪ੍ਰਸ਼ਾਦਾ ਛਕਣ ਬੈਠ ਜਾਂਦੇ ਪੰਗਤ ਦੇ ਵਿੱਚ। ਜਿਹੜੇ ਸਿੱਖ ਕਹਿੰਦੇ ਮਹਾਰਾਜ ਵੀ ਇਹਨਾਂ ਨੂੰ ਘੁਮਾਈਏ, ਮਰ ਕਹਿੰਦੇ ਨਹੀਂ ਭਾਈ, ਰੋਟੀ ਖਾਣ ਲੱਗਿਆ ਨਹੀਂ ਕਿਸੇ ਨੂੰ ਆਖੀਦਾ, ਭਾਵੇਂ ਦੁਸ਼ਮਣ ਵੀ ਆ ਜਾਏ ਉਹਨੂੰ ਵੀ ਪਾਣੀ ਪੁੱਛੋ ਬਿਠਾਓ ਰੋਟੀ ਵੇਲੇ।
ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਨਾ। ਪ੍ਰਸ਼ਾਦੀ ਦਾ ਸਭ ਅਧਿਕਾਰੀ ਹੈ। ਪ੍ਰਸ਼ਾਦਾ ਛਕਾਓ, ਗੱਲ ਕਰਨੀ ਆਪਾਂ ਦਿਨੇ ਕਰ ਲਾਂਗੇ। ਜਦੋਂ ਸਮਾਂ ਆਊਗਾ ਦਿਨ ਚੜ੍ਹੇ ਤੋਂ ਫਿਰ ਯੁੱਧ ਸ਼ੁਰੂ ਹੋ ਜਾਂਦਾ। ਉਹੀ ਜਿਨ੍ਹਾਂ ਨੂੰ ਰੋਟੀਆਂ ਖਵਾਈਆਂ, ਪਾਣੀ ਪਿਆਇਆ, ਉਹੀ ਕਿਰਪਾਨਾਂ ਲੈ ਕੇ ਸਾਹਮਣੇ ਆ ਜਾਂਦੇ। ਤੋ ਇਸ ਵਾਸਤੇ ਜਿਹੜੀ ਸਿੱਖ ਕੌਮ ਹੈ, ਇੱਕੋ ਇੱਕ ਵਾਹਿਗੁਰੂ ਦੀ ਕਿਰਪਾ ਵਾਲੀ ਗੁਰੂ ਸਾਹਿਬਾਂ ਨੇ ਐਸੀ ਬਣਾਈ ਹੈ ਕਿ ਕਿਸੇ ਦੇ ਪਰਉਪਕਾਰ ਨੂੰ ਭੁੱਲਦੀ ਨਹੀਂ। ਮਲੇਰਕੋਟਲੀ ਨਵਾਬ ਸ਼ੇਰ ਅਫਗਨ ਖਾਨ ਨੇ ਸਿਰਫ ਹਾਂ ਦਾ ਹੀ ਨਾਰਾ ਮਾਰਿਆ ਸੀ। ਇੰਨਾ ਹੀ ਆਖਿਆ ਕਿ ਸ਼ੀਰਖੋਰ ਦੰਦੀਆਂ ਦਾ ਭਲਾ ਕੀ ਕਸੂਰ ਹੈ, ਛੋਟੇ ਛੋਟੇ ਬੱਚੇ ਨੇ, ਕੀ ਕਸੂਰ ਹੈ। ਇਹ ਨਵਾਬ ਵਜ਼ੀਰ ਖਾਂ, ਜੇ ਬਦਲਾ ਲਾਂਗੇ ਤਾਂ ਗੁਰੂ ਗੋਬਿੰਦ ਸਿੰਘ ਕੋਲੋਂ ਲਵਾਂਗੇ। ਕਹਿੰਦਾ ਸੀ ਨਾ ਤੇਰਾ ਭਰਾ ਮਾਰਿਆ ਚਮਕੌਰ ਦੀ ਜੰਗ ਵਿੱਚ, ਬਦਲਾ ਲੈ ਲਾ, ਉਹਦੇ ਬੱਚੇ ਮਾਰ ਕੇ। ਤਿਆਰ ਕਰ ਰਿਹਾ ਸੀ, ਉਕਸਾ ਰਿਹਾ ਸੀ ਵੀ ਸ਼ਹੀਦ ਤਾਂ ਕਰਨਾ ਹੀ ਹੈ, ਮੈਂ ਇਹਦੇ ਸਿਰ ਕਤਲ ਮੜ ਦਿਆਂ। ਉਹ ਕਹਿੰਦਾ ਨਹੀਂ, ਮੈਂ ਇੰਨਾ ਗਿਰਿਆ ਹੋਇਆ ਇਨਸਾਨ ਨਹੀਂ ਆ। ਇਹ ਤਾਂ ਸ਼ੀਰਖੋਰ ਦੰਦੀਆਂ, ਦੁੱਧ ਪੀਂਦੇ ਬੱਚੇ ਨੇ। ਜੇ ਕਿਤੇ ਗੁਰੂ ਗੋਬਿੰਦ ਸਿੰਘ ਸਾਹਮਣੇ ਆਇਆ, ਮੈਂ ਉਹਦੇ ਤੋਂ ਬਦਲਾ ਲਊਂਗਾ, ਤੂੰ ਵੀ ਬੱਚਿਆਂ ਨੂੰ ਛੱਡ ਦੇ। ਸਿਰਫ ਇੰਨਾ ਹੀ ਕਹਿਣ ਦੇ ਨਾਲ ਸਿੱਖਾਂ ਨੇ ਵੇਖੋ ਅੱਜ ਤੱਕ ਉਹਦਾ ਪਰਉਪਕਾਰ ਨਹੀਂ ਭੁਲਾਇਆ। ਬਾਬਾ ਬੰਦਾ ਸਿੰਘ ਬਹਾਦਰ ਨੇ ਸਭਨਾਂ ਦੀਆਂ ਗੋਡੀਆਂ ਲਵਾਤੀਆਂ, ਮਾਰ ਮਾਰ ਕੇ ਮਾਰ ਸਮਾਣਾ ਮਿੱਟੀ ਵਿੱਚ ਮਿਲਾਤਾ ਸਿੰਘਾਂ ਨੇ। ਜਿੱਥੋਂ ਦੇ ਜਲਾਦ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕਰਨ ਵਾਲਾ ਜਲਾਲਉਦੀਨ, ਗਾਂ ਫਿਰ ਉਹਦੇ ਪੁੱਤ ਪੋਤਰੇ ਜਿਨ੍ਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਚਿਣ ਕੇ ਸ਼ਹੀਦ ਕੀਤਾ। ਸਾਧ ਸੰਗਤ ਜੀਓ, ਸ਼ਾਸ਼ਕ ਖਾਂ ਤੇ ਬਾਸ਼ਕ ਖਾਂ ਸਨ। ਉਹ ਸਾਰਾ ਸਮਾਣਾ ਭਾਈ ਸਾਹਿਬ ਨੇ ਪੁੱਟ ਸੁੱਟਿਆ, ਸਰਹੰਦੀ ਟਨੈਟ ਖੜਕਾ ਦਿੱਤੀ। ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕਰਨ ਵਾਲਿਆਂ ਨੂੰ ਖਤਮ ਕਰ ਦਿੱਤਾ, ਬੁਰੀ ਤਰ੍ਹਾਂ ਮਾਰਿਆ। ਪਰ ਮਲੇਰਕੋਟਲੇ ਤੇ ਸਿੱਖਾਂ ਨੇ ਹਮਲਾ ਨਹੀਂ ਕੀਤਾ ਅੱਜ ਤੱਕ ਵੀ। ਉੱਥੇ ਹਾਂ ਦਾ ਨਾਰਾ ਗੁਰਦੁਆਰਾ ਸਾਹਿਬ ਬਣਾਤਾ। ਵੇਖੋ ਕਿਆ ਸੋਹਣਾ, ਉਹਨਾਂ ਦੀ ਅਮਰ ਯਾਦ ਕਰ ਦਿੱਤੀ। ਸਿਰਫ ਇੱਕੋ ਹੀ ਗੱਲ ਆਖੀ ਮੂੰਹ ਤੋਂ, ਇਹ ਕਹਿ ਕੇ ਤੇ ਉਹ ਰੋਸ ਦੇ ਵਿੱਚ ਉੱਥੋਂ ਮੀਟਿੰਗ ਛੱਡ ਕੇ ਚਲੇ ਗਏ। ਆਪਦਾ ਰੋਸ ਜਿਤਾਇਆ ਵੀ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ। ਅੱਜ ਤੱਕ ਉਹਨਾਂ ਦਾ ਪਰਉਪਕਾਰ ਸਿੱਖ ਕੌਮ ਮੰਨਦੀ ਹੈ। ਜੇ ਸਭ ਤੋਂ ਜ਼ਿਆਦਾ ਮੁਸਲਮਾਨ ਨੇ ਪੰਜਾਬ ਦੇ ਵਿੱਚ ਤਾਂ ਮਲੇਰਕੋਟਲੇ ਨੇ, ਔਰ ਬੜੇ ਖੁਸ਼ਹਾਲ ਨੇ। ਉੱਥੋਂ ਦਾ ਜਿਹੜਾ MP ਬਣਦਾ ਉਹ ਵੀ ਮੁਸਲਮਾਨ ਹੀ ਬਣਦਾ ਹੈ। ਏਡੀ ਇਹ ਕੌਮ ਚੜ੍ਹਦੀ ਕਲਾ ਵਾਲੀ। ਤੇ ਪਰ ਇਹ ਲੋਕ ਜਿਹੜੇ ਕਿਰਤਕਾਨ ਨੇ, ਰੋਟੀਆਂ ਖਾ ਕੇ ਪਾਣੀ ਪੀ ਕੇ ਵੀ ਪਰਉਪਕਾਰ ਯਾਦ ਨਹੀਂ ਰੱਖਦੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਵੇਖੋ 52 ਰਾਜਿਆਂ ਨੂੰ ਗਵਾਲੀਅਰ ਦੀ ਕਿਲੇ ਚੋਂ ਰਿਹਾ ਕਰਾਇਆ। ਤੇ ਥੋੜੇ ਕੁ ਚਿਰ ਬਾਅਦ ਹੀ ਭੀਮ ਚੰਦ ਵਰਗੇ ਭੁੱਲ ਗਏ ਵੀ ਸਾਡੇ ਦਾਦੇ ਪੜਦਾਦੇ ਗੁਰੂ ਦੇ ਪਰਉਪਕਾਰ ਸਦਕਾ ਬਾਹਰ ਆਏ ਸਨ। ਉਹਨਾਂ ਨੇ ਫੌਜ ਚੜਾ ਕੇ ਲਿਆਂਦੀ। ਇੰਜ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਿੱਖਾਂ ਦੀ ਕਿਰਪਾ ਹੈ। ਇਹ ਗੁਰੂ ਸਾਹਿਬ ਦੀ ਦੇਣ ਹੈ। ਜਿਸ ਵਕਤ ਭਾਈ ਕਨਈਆ ਜੀ ਨੇ ਜਲ ਛਕਾਇਆ, ਉਹਦੇ ਤੇ ਬਹੁਤ ਭਾਰੀ ਅਸਰ ਹੋਇਆ। ਇਹ ਸਭ ਕੁਝ ਸਿੱਖਾਂ ਨੇ ਵੇਖ ਲਿਆ ਕਿ ਦੁਸ਼ਮਣਾਂ ਨੂੰ ਪਾਣੀ ਪਿਲਾ ਕੇ ਫਿਰ ਤਗੜੇ ਕਰ ਦਿੰਦਾ ਸਾਡੇ ਲਈ ਲੜਨ ਲਈ। ਸਤਿਗੁਰੂ ਜੀ ਦੇ ਕੋਲ ਭਾਈ ਕਨਈਆ ਜੀ ਦੀ ਸ਼ਿਕਾਇਤ ਕਰ ਦਿੱਤੀ ਕਿ ਮਹਾਰਾਜ ਜੀ, ਅਸੀਂ ਦੁਸ਼ਮਣ ਦੇ ਨਾਲ ਲੋਹਾ ਲੈ ਕੇ ਉਹਨਾਂ ਨੂੰ ਮਾਰਦੇ ਜਾਂ ਜ਼ਖਮੀ ਕਰਕੇ ਸੁੱਟਦੇ ਹਾਂ, ਪਰ ਇੱਕ ਕਨਈਆ ਨਾਮ ਦਾ ਸਿੱਖ ਪਤਾ ਨਹੀਂ ਵਿਕ ਗਿਆ ਹੈ। ਉਹਨਾਂ ਨੂੰ ਪਾਣੀ ਪਿਲਾ ਪਿਲਾ ਕੇ ਦੁਬਾਰਾ ਜਿਉਂਦੇ ਕਰੀ ਜਾ ਰਿਹਾ। ਇਹਨੂੰ ਬੁਲਾ ਕੇ ਪੁੱਛੋ ਤੇ ਸਮਝਾਓ। ਅੰਤਰਜਾਮੀ ਸਤਿਗੁਰੂ ਭਾਵੇਂ ਸਭ ਕੁਝ ਜਾਣਦੇ ਸੀ, ਪਰ ਭਾਈ ਕਨਈਆ ਜੀ ਦੀ ਅਵਸਥਾ ਸਿੱਖਾਂ ਨੂੰ ਦਿਖਾਉਣ ਲਈ ਕਹਿੰਦੇ ਜਾਓ ਬੁਲਾ ਕੇ ਲਿਆਓ। ਬੁਲਾ ਕੇ ਪੁੱਛਿਆ, ਕਹਿੰਦੇ ਭਾਈ ਸਿੱਖਾ, ਤੇਰੀ ਸ਼ਿਕਾਇਤ ਆਈ ਹੈ ਕਿ ਤੂੰ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਈ ਜਾਂਦਾ। ਕਹਿੰਦੇ ਹੀ ਅੰਤਰਜਾਮੀ ਸਤਿਗੁਰੂ ਜੀ, ਤੁਸੀਂ ਤਾਂ ਭਲਾ ਜਾਣੀ ਜਾਣੋ, ਇਹਨਾਂ ਨੂੰ ਤਾਂ ਭਾਵੇਂ ਨਹੀਂ ਇੰਨਾ ਗਿਆਨ। ਮੇਰੇ ਲਈ ਮਿੱਤਰ ਦੁਸ਼ਮਣ
एक बराबर ने। मैं किसी मित्र नूं पानी नहीं पिलाया, किसी दुश्मन नूं पानी नहीं पिलाया। ये सच्चे पातशाह, जिस वक्त मैं पानी पिलाउंदा मैनू नहीं कुछ दिखता भी मैं किनू पिला रहा। सिख कहन लगे जी वेखो ये मुसलमानों नूं पानी पिलाउंदा है, झूठ बोलदा तुहाडे सामने गल घुमा फिरा के कर रहा, इनू मनाओ। असीं आप इनू दुश्मनों नूं पानी पिलाउंदे देखिया। महाराज ने उन्होंने आख्या भी तुसीं चुप रहो, गल तां सुनो इहदी। कहंदे दस भाई कन्हैया की कारण है? भाई कन्हैया जी ने कहा, हे सतगुरु जी तुहाडी मेरे ते कृपा है, आप दी रहमत दा सदका, आप दी कृपा दा सदका मेरी बिरती ही ऐसी हो गई है, जह जह पेखो तह हजूर, दूर कत हो न जाई, रब रहिया सरबत्तर में मन सदा ते आई। मैं जिधर भी देखदा उधर ही मैनू तुहाडा चेहरा नजरी आउंदा। भाई नंद लाल दा ये बचन है, रूह दर हर जिस्म गुर गोबिंद सिंह, नूर दर हर चशम गुर गोबिंद सिंह। जेकर तुसीं मेरे कोल पानी मंगो, फट्टड़ होए बुक कढ़ के पानी मंगो, तो मैं महाराज आपदी बुक च ना पानी पावां कि मैं तुहानूं पिलावां ना? ये किवें हो सकदा? ये सुन के सतगुरु जी बहुत प्रसन्न होए ते खुश हो के अपने कोलों मलम भी दिती, पट्टी भी दिती। वो गुरु जी दे कोल इहो जी मलम सीगी, इतिहास दे विच साल पत्तर भी आउंदा। साल पत्तर एक इहो जी दवाई सीगी कि जद सिंह फट्टड़ हो के गुरु साहब दे कोल आउंदे महाराज दे दर्शन करन, सतगुरु जी आप दे हत्थां नाल उन्हां ते मलम लाउंदे जख्मां दे। नाले तां गरम गरम कड़ा प्रसाद देसी घ्यो दा उन्हां नूं बना के छकाउंदे, जो उन्हां दीयां दर्दां थकावट दूर कर दिंदे। ते जख्मां ते मलम ला के जद गुरु साहब कृपा भरी निगाह पाउंदे, वो रातों रात ही ठीक हो जाते, जिन्ना मर्जी जख्म हुंदा, सवेरे फिर वो जंग करन तगड़े हो जाते। ऐसी महाराज की मलम सीगी। पट्टी भी दी कि लोड़ पैण ते ये तू सेवा करिया कर। सो जिन्नियां भी रैड क्रॉस सोसाइटियां चलदियां ने फ्री इलाज, ये सब भाई कन्हैया जी की संप्रदा रैड क्रॉस वाली। सो इंज भाई कन्हैया जी गुरां दी कृपा सदका ते सबना दे विच एक ब्रह्म नूं देखदे, गुर प्रसाद नानक समदृष्टा। गुरु की कृपा हुई, उन्हां दी एक बराबर समदृष्टि हो गई। गौंडा महला पंजवा। पंजवें पातशाह धन सतगुरु अर्जन देव साहिब जी महाराज गौंड राग दे विच शोभावन फुरमान करते हैं। फाकियो मीन कपक की न्याई। सतगुरां दे चरनां विच सिखां ने बेनती की कि हे सतगुरु जी साडा मन समदृष्टि विच क्यों नहीं आउंदा जी, वाहिगुरू नूं क्यों नहीं देखदा। ये सुन के सतगुरां ने पावन शब्द उचारिया, हे मना मास दे लालच कारण जाल दे विच फसे हुए मੱਛ अते छोलियां दी मुट्ठी दे लालच कारण फसे हुए बांदर दी तरह तू भी तो और जा रहे हो कुसुम्भाइले। कुसुम्बे रंगवात जो नाशवान पदार्थ ने उन्हां दे विच तू फस रहा है। सो जिस तरह होर जगह भी कबीर साहब जी की ये उदाहरण आई है कि जिहड़ा बांदर है वो कुजी दे विच फड़न वाले छोले पा के रखते हैं, मरकट मुस्ती अनाज की मन बौरा रे चलत रचो जगदीश। ये वाहिगुरु जगदीश मालक ने इहो जिहा कौतुक माया का तमाशा लाया हुआ है
ਜਿਵੇਂ ਬਾਂਦਰ ਆਉਂਦਾ ਤਾਂ ਫੁੱਲੀਆਂ ਖਾਣ, ਛੋਲੇ ਖਾਣ, ਜਦੋਂ ਕੁੱਜੀ ਦੇ ਵਿੱਚ ਹੱਥ ਪਾ ਕੇ ਤੇ ਮੁੱਠੀ ਭਰ ਲੈਂਦਾ, ਇੰਨਾ ਲਾਲਚ ਹੈ ਕਿ ਉਹ ਮੁੱਠੀ ਨਹੀਂ ਛੱਡਦਾ। ਫੜਨ ਵਾਲੇ ਉਹਨੂੰ ਫੜ ਲੈਂਦੇ ਨੇ, ਜੇ ਮੁੱਠੀ ਛੱਡ ਦੇ ਤੇ ਭੱਜ ਜਾਏ। ਇੰਜ ਬੰਦਾ ਮਾਇਆ ਨੂੰ ਇਹੋ ਜਿਹੀ ਮੁੱਠੀ ਪਾਉਂਦਾ ਕਿ ਛੱਡੀ ਨਹੀਂ ਜਾਂਦੀ, ਫਸਿਆ ਹੀ। ਜਿਵੇਂ ਮੱਖੀ ਮਿੱਠਾ ਮਰਨਾ, ਜਿਹੜੀ ਮੱਖੀ ਹੈ ਉਹ ਮਿੱਠੇ ਦੇ ਉੱਪਰ ਖਾਣ ਲਈ ਲਾਲਚ ਲਈ ਬੈਠਦੀ ਹੈ, ਵਿੱਚ ਹੀ ਉਹਦੇ ਆ ਪੈਰ ਧਸ ਜਾਂਦੇ, ਮਿੱਠੇ ਜੀ ਮਰ ਮੁਰ ਜਾਂਦੇ। ਮੱਕੜੀ ਆਪੇ ਹੀ ਜਾਲਾ ਬੁਣਦੀ ਹੈ, ਵਿੱਚ ਆਪੇ ਹੀ ਫਸ ਕੇ ਮਰ ਜਾਂਦੀ। ਇਉਂ ਜਿਹੜੀ ਸ੍ਰਿਸ਼ਟੀ ਹੈ, ਪਲਚ ਪਲਚ ਸਗਲੀ ਮੋਈ, ਝੂਠਾ ਧੰਦੇ ਮੋਹ। ਝੂਠੇ ਧੰਦਿਆਂ ਦੇ ਮੋਹ ਦੇ ਵਿੱਚ, ਪਦਾਰਥਾਂ ਦੇ ਵਿੱਚ ਫਸ ਫਸ ਕੇ ਮਰ ਰਹੀ ਹੈ। ਇਹ ਬਾਂਦਰ ਦੀ ਤਰ੍ਹਾਂ ਇਹਨਾਂ ਦਾ ਸੁਭਾਅ ਹੈ। ਇਸੇ ਪ੍ਰਕਾਰ ਵਾਕਿਓ ਮੀਨਾ ਕਪਕ ਕੀ ਨਿਆਈ। ਇਹ ਮਨਾ ਜਿਵੇਂ ਮੱਛ ਲਾਲਚ ਕਰਨ ਜਲ ਵਿੱਚ ਫਸ ਜਾਂਦਾ, ਇਸੇ ਤਰ੍ਹਾਂ ਤੂੰ ਵੀ ਲਾਲਚ ਵਸ ਹੋ ਕੇ ਮੋਹ ਰੂਪੀ ਜਾਲ ਵਿੱਚ ਫਸਿਆ ਹੋਇਆ। ਮਛਲੀ ਜਾਲ ਨਾ ਜਾਣਿਆ, ਸਰ ਖਾਰਾ ਯਸ ਗਾਹੋ। ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇਸਾਹੋ। ਮਛਲੀ ਨੇ ਜਾਲ ਨਹੀਂ ਜਾਣਿਆ, ਹੈ ਤੇ ਬੜੀ ਸਿਆਣੀ ਸੀਗੀ, ਪਰ ਵਿਸਾਹ ਪਤਾ ਨਹੀਂ ਕਿਉਂ ਕਰ ਗਈ। ਉਹ ਖਾਣ ਦੇ ਲਾਲਚ ਨੂੰ ਜਾਲ ਦੇ ਵਿੱਚ ਫਸ ਗਈ। ਇੰਜ ਹੇ ਜੀਵ, ਤੂੰ ਲਾਲਚ ਵਸ ਹੋ ਕੇ ਮੋਹ ਰੂਪੀ ਜਾਲ 'ਚ ਫਸਿਆ ਹੋਇਆ। ਜਿਵੇਂ ਬਾਂਦਰ ਛੋਲਿਆਂ ਦੀ ਮੁੱਠ ਲਈ ਕੁੱਜੀ 'ਚ ਆਪਣਾ ਹੱਥ ਫਸਾ ਲੈਂਦਾ, ਇਸ ਤਰ੍ਹਾਂ ਤੂੰ ਵੀ ਵਿਸ਼ੇ ਰੂਪ ਚਣਿਆਂ ਨੂੰ ਖਾਣ ਦੀ ਲਾਲਚ ਕਰਕੇ ਵਿਵਸਥਾ ਇਸਤਰੀ ਰੂਪ ਕੁੱਜੀ ਦੇ ਵਿੱਚ ਫਸ ਗਈਆਂ। ਜਾਂ ਆਪਦਾ ਘਰ ਤਾਂ ਮਾੜਾ ਮਹਾਰਾਜ ਨੇ ਆਖਿਆ ਹੀ ਨਹੀਂ, ਬਗਾਨੇ ਘਰਾਂ ਦੇ ਵਿੱਚ ਫਸ ਗਿਆ। ਇਉਂ ਤਾਂ ਕੁਸੁੰਬੇ ਰੰਗ ਦੀ ਤਰ੍ਹਾਂ ਮਿਥਿਆ ਪਦਾਰਥ ਦੇ ਵਿੱਚ ਫਸਿਆ ਪਿਆ ਹੈ। ਤੂਰਜ ਰਹਿਓ ਕੁਸੁੰਭਾਇਲੇ। ਕੁਸੁੰਬੇ ਰੰਗ ਦੀ ਤਰ੍ਹਾਂ ਵਿਸ਼ਿਆਂ ਦਾ ਜਿਹੜਾ ਆਨੰਦ ਹੈ ਛਿਣ ਭੰਗਰ ਹੈ। ਸਾਧ ਸੰਗਤ ਜੀਓ, ਗ੍ਰੰਥਾਂ ਦੇ ਵਿੱਚ ਲਿਖਿਆ ਹੈ ਵਿਸ਼ੇ ਆਨੰਦ ਸੰਸਾਰ ਹੈ। ਇੱਕ ਪਾਣੀ ਦੇ ਭਰੇ ਹੋਏ ਗਲਾਸ ਦੀ ਤਰ੍ਹਾਂ ਸੰਸਾਰ ਨੂੰ ਵਿਸ਼ਿਆਂ ਦਾ ਆਨੰਦ ਹੈ। ਉਹ ਜਿਹੜਾ ਗਲਾਸ ਹੈ ਪਾਣੀ ਵਾਲਾ ਡੁੱਲ ਵੀ ਸਕਦਾ ਹੈ, ਠੰਡਾ ਤੱਤਾ ਵੀ ਹੋ ਜਾਂਦਾ। ਇਉਂ ਡੁੱਲਣ ਦੀ ਤਰ੍ਹਾਂ ਇੱਕ ਸਰੀਰ ਨੇ ਵਿਛੜ ਜਾਣਾ, ਠੰਡੇ ਤੱਤੇ ਦੀ ਤਰ੍ਹਾਂ ਬਿਮਾਰੀ ਗ੍ਰਸਤ ਹੋ ਜਾਣਾ। ਵਿਸ਼ੇ ਆਨੰਦ ਸੰਸਾਰ ਹੈ, ਭਜਨ ਆਨੰਦ ਹਰਦਾਸ। ਭਜਨ ਦਾ ਆਨੰਦ ਹਰੀ ਦੇ ਦਾਸਾਂ ਨੂੰ ਹੈ, ਜੋ ਕਿ ਬਰਸਾਤੀ ਨਾਲੇ ਦੀ ਤਰ੍ਹਾਂ ਹੈ। ਜਿੰਨਾ ਚਿਰ ਬਰਸਾਤ ਪੈਂਦੀ ਹੈ, ਆ ਜਲੰਧਰ ਜ਼ਿਲ੍ਹੇ ਦੇ ਵਿੱਚ ਚੋਅ ਨੇ ਚੋਅ, ਉਹਨਾਂ ਚਿਰ ਉਹ ਨਾਲੇ ਵਗਦੇ ਨੇ, ਮੁੜ ਕੇ ਫਿਰ ਸੁੱਕ ਜਾਂਦੇ ਨੇ। ਇਉਂ ਜਿੰਨਾ ਚਿਰ ਭਜਨ ਕਰਦਾ ਰਿਹਾ ਉਹਨਾਂ ਚਿਰ ਤਾਂ ਆਨੰਦ ਬਣਿਆ ਰਿਹਾ। ਜਿਉਂ ਹੀ ਜੋੜੇ ਜਰਾਬਾਂ ਪਾਈਆਂ, ਮੂੰਹ ਘਰ ਵੱਲ ਨੂੰ ਹੋ ਗਿਆ, ਸਭ ਕੁਛ ਹੀ ਭੁੱਲ ਗਿਆ। ਇਹ ਸਾਡੀ ਹਾਲਤ ਹੈ। ਕੋਈ ਹੁਕਮਨਾਮਾ ਵੀ ਪੁੱਛੇ, ਸਾਨੂੰ ਖੁਦ ਆਪ ਨਹੀਂ ਯਾਦ ਰਹਿੰਦਾ, ਕਿਉਂਕਿ ਬੈਠੇ ਹੋਈਦਾ, ਸੁਣੀਦਾ ਵੀ ਸਭ ਕੁਛ ਹੈ, ਦਿਮਾਗ ਸੌ ਜਾਂਦਾ, ਚੇਤਾ ਹੀ ਭੁੱਲ ਜਾਂਦਾ। ਤੋ ਇਸ ਵਾਸਤੇ ਜਿੰਨਾ ਚਿਰ ਬੈਠੇ ਉਹਨਾਂ ਚਿਰ ਤਾਂ ਸੁੱਖ ਸ਼ਾਂਤੀ ਹੈ। ਇਉਂ ਜਾਪਦਾ ਜਿਸ ਤਰ੍ਹਾਂ ਬ੍ਰਹਮ ਗਿਆਨੀ ਬਣ ਗਏ ਹੋਈਏ। ਤੋ ਇਸ ਲਈ ਇਹ ਬਰਸਾਤੀ ਨਾਲੇ ਦੀ ਤਰ੍ਹਾਂ ਵਿਸ਼ੇ ਆਨੰਦ ਸੰਸਾਰ ਹੈ, ਭਜਨ ਆਨੰਦ ਹਰਦਾਸ। ਬ੍ਰਹਮਾਨੰਦ ਜੀਵਨ ਮੁਕਤ ਭਈ ਬਾਸ਼ਨਾ ਨਾਸ। ਪਰ ਬ੍ਰਹਮ ਦੀ ਪ੍ਰਾਪਤੀ ਦਾ ਆਨੰਦ ਜੀਵਨ ਮੁਕਤ ਬ੍ਰਹਮ ਗਿਆਨੀ ਨੂੰ ਹੈ, ਜਿਹੜਾ ਸਮੁੰਦਰ ਦੀ ਤਰ੍ਹਾਂ। ਸਮੁੰਦਰ ਦਾ ਪਾਣੀ ਠੰਡ 'ਚ ਠੰਡਾ ਨਹੀਂ ਹੁੰਦਾ। ਜਿੰਨੀ ਮਰਜ਼ੀ ਠੰਡ ਹੋਵੇ, ਜਾ ਕੇ ਟੁੱਬੀ ਮਾਰੋ, ਪਾਣੀ ਗਰਮ ਮਿਲੂਗਾ। ਗਰਮੀ ਦੇ ਵਿੱਚ ਹੀਟ ਨਹੀਂ ਹੁੰਦਾ, ਟੁੱਬੀ ਮਾਰੋ, ਠੰਡ ਪੈ ਜਾਊਗੀ। ਨਾ ਉਹ ਮੁੱਕਦਾ ਹੈ, ਜਿੰਨਾ ਮਰਜ਼ੀ ਕੱਢੀ ਜਾਓ, ਜਿੰਨਾ ਮਰਜ਼ੀ ਵਰਤੀ ਜਾਓ, ਤੇ ਨਾ ਹੀ ਕੋਈ ਉਹਦਾ ਥਾਂ ਹੈ।
इसे तरह ब्रह्मानंद बड़ा विशाल है, पर ये सब कुछ छड्ड करके तू कुसुंबे रंग की तरह विषयानंद दे विच फसिया पिया है, मिथ्या पदार्थों दे विच फस रहा है। पग तां रहै सास लिखै लै। ये मना तू परमेश्वर दे लेखे विच ही पैर धरदा रखदा है। मता सोच कि मैं एवें ही तुरिया फिरिया, मेरा किसी नूं पता नहीं। एक एक कदम तेरा रिकॉर्ड हो रहा है। उपर सैटेलाइट लगी हुई है, कैमरे लगे हुए ने। अमरीका एडा शैतान बंदा है, कहंदे भी 84 का जिन्ना टैग है सारा उन्हें कवर किया। वो सारे देशों की निगाह रखता, कितने तेल है, कितने पानी है, कितने कुछ कितने, तो बड़ी वो CID रखता। चाइना वालिया ने ताइयों सब कुछ उसका मना किया, जो भी कुछ बनया होया उन्होंने अपना ही सारा कुछ है। तो इस वास्ते फिर भी वो बाज नहीं आते। इवन जो रब के कैमरे ने तो वो तो अमरीका बनाने वाला साइंसदान उन्हें ही जन्म दिता होया। रब के कैमरे का पता भी नहीं लगता, वो सारी रिकॉर्डिंग उपर पहुंची जाती है। जब बंदा जाता तो LCD लगी होंगी कंध के उपर धर्मराजे के मगर भी आओ वेख ला बई, बंदा मुकर ही नहीं सकता, दंदी नहीं चुकता, कहते वेख ला। सो कित्थे तू गया सी, किवें गया सी, तेरे मनो भाव की सन, सब कुछ रिकॉर्ड है। रे मन लेखै चल, चलदा भी तू लेखे विच, लेखै बैसै, बैठदा भी तू लेखे विच, कित्थे जांदा कित्थे बैठदा की गल्लां करदा, सब रिकॉर्ड हो रही हैं, चंगियां माड़ियां। लेखे लैंदा साहा, कहंदे बैठत 12, जद आपां बैठदे आ ते साह नॉर्मल 12 चलदे ने, उन्ने टाइम च जद चलदे आ चल ते 18 चलते ने। तो मेरे वर्गा जब सौंदा है साह आउंदा कोई नहीं, नक मूँह बंद हो जाता, तो फिर मारदा फूका खराटे घराड़े आदि। तो इंज जिमें कोई JCB मशीन लाई होवे, देसी घुड़का जिमें चलता होए, इन्नी तेज मर लागे बंदा सुता पे परेशान हो जाता। ये बंदा की मशीन सोबत चाले 30 सुते पिया उन्ने टाइम 30 श्वास चलते हैं, तो मैथन करते 64 चाले क्यों ना भजे तकदीस। सो इंज गुरु महाराज ने सानू समझाया भाई, श्वास सास सिमरो गोबिंद मन अंतर की उतरे चिंद, आस नित त्यागो तरंग, संत जना की धूर मंगन मंग। सो पैरों नू संगत वाले पासे लैके जाओ, कन्ना नू गुरबाणी सुनाओ, जबान नू बाणी पढ़न लई प्रेरित करो, शरीर संगत बैठ के सफल बनाओ, ते श्वास श्वास वाहिगुरु का भजन करके हरेक श्वास नू सफली करो। ऐ मेरी अमना पग धारै सास लेखे लै, कित्थे तू पैर धरदा ये भी लेखे विच है। परमेश्वर हिसाब दे विच ही तेरा सारा कुछ है, जिन्ने तू श्वास लैंदा किवें लैंदा वो सारा महाराज देख रहा है। तौं उदर है हर गुण गाए ले, इसलिए तादी तू संसार समुद्र तो पार होवेगा जब परमेश्वर के गुणों नू गा लेना करेगा। गल्ली बाती नहीं अज तक कोई भी तरिया, क्योंकि रब नू तां पता ही है, इं ज्ञान न गल्ली टूडी है। जे तू तरना है तो बाणी पढ़, पाठ करया कर, नाम जपिया कर, वाहिगुरु जी दे गुण गाया कर। मन समझ ये मना तू अपने स्वै स्वरूप नू समझना कर, छोड़ आवाए ले। खोते वाली जिहड़ी अवैधताई है आ डंगरां वाली ये तू छड्ड दे, भाव अवेहद कर्मां नू त्याग दे।
बुरे काम को उठ खलोया, नाम की पेला पै पै सोया, अवसर अपना बुझे ना अजाना। इयों अवेहत कर्म जिन्हां तो साडे गुरुआं ने रोकी है, चोरी यारी, चार बजर कुरैता, हुक्का हजामत हलालो हराम, इन्हां दा त्याग कर दे। अमोड़ हो के हरिया पशु वांग ना चल, क्योंकि रब तां वेख ही रिहा भी तू की कर रहा है। अपने रहन कठोर न पावह, हे मना तू आपदे ठहरन वास्ते मुक्ति रूप थां नूं नहीं पाउणा करदा। काए पर कै जाए ले, इसलिए फिर कादे वास्ते तू पराया दा प्रबंधक बनी बैठा, गुरु बन करके लोकां नूं उपदेश देण लई घरां च तुरिया फिरदा, पोथियां लैके मेरे तो कोई उपदेश लै लो जी। चेले बैठण घरां दे विच, गुर उठ घरी तनाड़े जाई, चेले साज बजाएंदे नचन गुरु बहु विध भाई। इहो जे कलयुगी गुरु ने असीस देन घरा वड़दे ने बल्ला मार मार के भी लियाओ पर्ची कटाओ तुहाडा भला करिए। बंदा पुछे तू भला नहीं करना आपदा, तू कदी कटाई है? तो इस वास्ते आपदे पल्ले कहानी कौडी नहीं कढ़नी, दूजियां नूं उपदेश देना भी मेरे मन का फरना बनिया जी मैं इन्ने पाठ करावा। बंदा पुछे तू कदी कीता? मेरे मन का फरना बनिया फलानी जगह ते लोड़ है, आपां ते लंगर लाइए, आपदे पल्ले में कुछ दिता ही हो। दुनिया नूं शिक्षा दे के चंगे पासे लाउणा, बैनीफिट आप लैना भी माड़ा मोटा कुछ उंज विचों वज जाए। लोगों ने बिजनेस बनाए ने, हैरानी की गल है काम कोई है नहीं, वो धर्म नूं भी विच वलेटी फिरदे ने। धर्म के नां ते जिन्नी ठगी अजकल धर्म के नां ते वज रही है, मैं समझदा भी जिहड़े गृहस्थी बंदे काम वाले बंदे ने ते उहदे नां ते ओही चंगे ने। बंदे आपदा करके तां खांदे ने, किसी ने कोई स्टंट शुरू किया, किसी ने कुछ माफ करना। मारे कहंदे भी इहो जिहे कर्मां नूं त्याग दे, रब वेंदा है भी तू पर्चियां आपदे घरों ही तो नहीं छापियां हुई ते या कोई गलत नाम तो नहीं वरत रहा, रब तो देखदा ही है ना। ये अमोड़ होके चलना छड्ड दे, लेखा लेवै तिल जो भी जब लेखा देना पैंदा। जिस तरह तिलां नूं पीड़ के तेल कढ़ीदा, इस तरह विचों सो सब कुछ तेरे निकलेगा। आपदे ठहरन वास्ते तू मुक्ति नहीं पा रहा है, मुक्त होने वास्ते कोई कर्म नहीं कर रहा, ते दूजियां नूं गुरु बन के संत बन के तू उन्हां नूं उपदेश देण लई तुरिया फिरदा। कादे वास्ते देवी देवतां कोल उन्हां दी उपासना करन लई जांदा। सो गुरु महाराज इत्थे विश्राम दिंदे हन। जो मैं गल इंदरी रस प्रेरियो, आ हाथी वेख्या है तुसां ने, जिवें हाथी विषे रस का प्रेरिया होया। जिहड़े फड़न वाले ने वो हाथी नूं किवें फड़दे ने, एक डूंगा सारा टोआ पुट लैंदे ने खुला, उहदे ते कानियां दी छत पा के उपर मिट्टी विछा के धरती वांगर बना लेंदे, उहदे ते कागज दी हथनी एक पुतला बना के खड़ा कर देंदे। हाथी भुलेखे नाल जद उहदे नज़दीक आउंदा, कानियां दी छत होण नाल ਉਹ ਟੋਏ 'ਚ ਡਿੱਗ ਪੈਂਦਾ, ਉਹਨੂੰ ਕੁੱਟ-ਕੁੱਟ ਕੇ ਜਾਂ ਤੇ ਮਾਰ ਹੀ ਦਿੰਦੇ, ਦੰਦ ਵੇਚ ਲੈਂਦੇ, ਤੇ ਜਾਂ ਫਿਰ ਆਪਦੀ ਬੋਲੀ ਸਿਖਾ ਕੇ ਸਰਕਸ ਦੇ ਵਿੱਚ ਖੇਡਾਂ ਕਰਾਉਂਦੇ ਨੇ। ਉਹ ਵਿਚਾਰਾ ਭੱਜ ਜਾਂਦਾ। इंज ही तेरा साव है। तू लाग परियो कुटुंब ले, तू इस्त्री आदक दे विशे सुख दे विच आके लग गया है, तो भागमुख जन्म विगोया। तो इस तरीके दे नाल जिथों पैदा होया सी उहदे च ही लग के आप दा जन्म खराब कर रहे हैं। मोह रूप टोए च डिग पिया ते तरका रूप कुंडे नूं सहारना करदा है। ज्यों पंखी एकत्र होए फिर बिछरा। ये कुटुंब इस्त्री तो वधिया परिवार तां ऐसा जिवें पंछी रात नूं इकट्ठे हो के दरख्त ते बैठ जाते हैं, फिर विछड़े ते दिन चढ़दियां सार
ਮੁਰ ਵਿਛੜ ਜਾਂਦੇ ਹਨ। ਤੇਰੇ ਸੰਗਤ ਹਰ ਹਰ ਧਿਆਈ ਲੈ। ਭਾਵ ਜਿੱਧਰ ਕਿਧਰ ਕਿਸੇ ਪੰਛੀ ਦੀ ਪ੍ਰਾਲਬਧ ਹੁੰਦੀ ਹੈ ਉਧਰ ਚਲੇ ਜਾਂਦੇ ਹਨ। ਇੰਝ ਹੀ ਇਹ ਜਿਹੜਾ ਗ੍ਰਸਤ ਪਰਿਵਾਰ ਹੈ ਇਹ ਦਰਖਤ ਦੀ ਤਰ੍ਹਾਂ ਹੈ। ਇਹਦੇ ਤੇ ਕੁਟੰਬ ਜੀਵ ਰੂਪ ਪੰਛੀ ਅਵਸਥਾ ਰੂਪ ਰਾਤ ਦੇ ਵਿੱਚ ਇਕੱਤਰ ਹੋਏ ਹਨ। ਜਿਵੇਂ ਕਿਸੇ ਦੀ ਉਮਰ ਹੈ ਤਿਵੇਂ ਉਹ ਆਪ ਦਾ ਸਮਾਂ ਬਤੀਤ ਕਰਦੇ। ਕਾਲ ਰੂਪ ਦਿਨ ਚੜ੍ਹਦਿਆਂ ਸਾਰੇ ਭਾਵ ਪ੍ਰਾਲਬਧ ਖਤਮ ਹੋਣ ਤੋਂ ਬਾਅਦ ਫਿਰ ਵਿਛੜ ਜਾਂਦੇ ਹਨ। ਇਉਂ ਸੰਸਾਰ ਤੋਂ ਕੂਚ ਕਰ ਜਾਂਦੇ ਹਨ ਜਾਂ ਆਪੋ ਆਪਣੀ ਵਾਸ਼ਨਾ ਅਨੁਸਾਰ ਵੱਖੋ ਵੱਖਰੀਆਂ ਜੂਨਾਂ ਚਲੇ ਜਾਂਦੇ। ਜੇਕਰ ਤੂੰ ਵੀ ਜੂਨਾਂ ਜਾਣ ਤੋਂ ਬਚਣਾ ਫਿਰ ਸੰਗਤ ਹਰ ਹਰ ਧਿਆਇ ਲੈ। ਗੱਜ ਕੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਕੀ ਸੰਗਤ ਦੇ ਵਿੱਚ ਬੈਠ ਕਰਕੇ ਵਾਹਿਗੁਰੂ ਵਾਹਿਗੁਰੂ ਧਿਆਉਣਾ ਕਰੋ। ਜੋ ਅਸਥਿਤ ਰਹਿਣ ਵਾਲੀ ਗੁਰਾਂ ਦੀ ਸੰਗਤ ਹੈ, ਸੰਗਤ ਦੁਆਰਾ ਚਿੱਤ ਨੂੰ ਵਿਸ਼ਿਆਂ ਵੱਲੋਂ ਹਟਾ ਕੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਨੂੰ ਧਿਆ ਲੈਣਾ, ਅਰਾਧ ਲੈਣਾ ਕਰੋ। ਬਿਰਖ ਬਸੇਰੋ ਪੰਖ ਕੋ ਤੈਸੋ ਇਹੋ ਸੰਸਾਰ। ਵਿਰਖ ਦੇ ਉੱਪਰ ਪੰਛੀ ਦਾ ਵਸ, ਇੰਜੀ ਸੰਸਾਰ ਸਮਝੋ। ਜੈਸੇ ਮੀਨ ਰਸਨ ਸਾਧ ਬਿਨਸਿਓ। ਜਿਵੇਂ ਮੱਛ ਜ਼ਬਾਨ ਦੇ ਸਵਾਦ ਕਾਰਨ ਕੁੰਡੀ ਵਿੱਚ ਫਸ ਕੇ ਨਾਸ਼ ਹੋ ਜਾਂਦਾ ਹੈ। ਓਹ ਮੂਠਾ ਮੂੜ ਲੁਭਾਏ ਲੈ। ਪਰ ਉਹ ਮੂਰਖ ਮਾਸ ਦੀ ਬੋਟੀ ਤੇ ਲੁਭਾਈ ਮਨ ਹੋ ਕੇ ਠੱਗਿਆ ਜਾਂਦਾ। ਉਸੇ ਤਰ੍ਹਾਂ ਹੀ ਤੂੰ ਵਿਸ਼ੇ ਰਸਾਂ 'ਚ ਖਚਿਤ ਹੋ ਗਿਆ ਹੈ। ਇਸੇ ਪ੍ਰਕਾਰ ਜੈਸੇ ਮੀਨਾ ਰਸਨ ਸਾਧ ਬਿਨਸਿਓ। ਜਿਵੇਂ ਮੱਛੀ ਜ਼ਬਾਨ ਦੇ ਸਵਾਦ ਕਾਰਨ ਕੁੰਡੀ 'ਚੋਂ ਮਾਸ ਆਦਿਕ ਪਦਾਰਥ ਨੂੰ ਪਕੜ ਕੇ ਪਰ ਕੁੰਡੀ 'ਚ ਫਸ ਕੇ ਨਾਸ਼ ਹੋ ਜਾਂਦੀ, ਤਿਵੇਂ ਹੀ ਤੂੰ ਜੀਵ ਜ਼ਬਾਨ ਦੇ ਰਸ। ਕਲਯੁਗ ਜਦ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਤੇ ਉਹਨੇ ਇੱਕ ਹੱਥ ਵਿੱਚ ਜ਼ਬਾਨ, ਦੂਜੇ ਹੱਥ ਵਿੱਚ ਸਰੀਰ ਦਾ ਅੰਗ ਪਕੜਿਆ ਹੋਇਆ ਸੀ। ਮਹਾਰਾਜ ਕਹਿੰਦੇ ਤੂੰ ਕੀ ਬਣਾਇਆ ਹੋਇਆ ਓਏ, ਕੱਪੜਾ ਕੁਪੜਾ ਪਾਇਆ ਨਹੀਂ। ਕਹਿੰਦਾ ਜੀ ਮੈਂ ਆਪ ਦਾ ਸਰੂਪ ਦਿਖਾਇਆ, ਤੁਸੀਂ ਹੀ ਮੈਨੂੰ ਆਗਿਆ ਕੀਤੀ ਹੈ। ਮੈਂ ਕਲਯੁਗੀ ਜੀਆਂ ਨੂੰ ਦੋ ਗੱਲਾਂ ਦੇ ਵਿੱਚ ਲਾ ਕੇ ਮਾਰਦਾ। ਦੁਨੀਆ ਨੂੰ ਇੱਕੋ ਹੀ ਕੰਮ ਹੈ, ਜਾਂ ਤਾਂ ਖਾ ਲਓ ਤੇ ਜਾਂ ਭੋਗ ਲਓ। ਜ਼ਬਾਨ ਦਾ ਰਸ ਤੇ ਸਰੀਰ ਦਾ ਰਸ, ਇਹਦੇ 'ਚ ਕੁੰਡੀ ਮਾਰ ਕੇ ਵਿਸ਼ੇ ਸੁੱਖ ਦੇ ਵਿੱਚ ਇਹ ਜੀਵ ਖਤਮ ਹੋ ਰਹੇ ਨੇ। ਸੋ ਲਾਲਚ ਕਾਰਨ ਆਪੇ ਹੀ ਫਸ ਜਾਂਦੇ। ਜ਼ਬਾਨ ਦੇ ਸਵਾਦ ਰੂਪ ਮਾਸ 'ਚ ਲੰਬੜ ਹੋ ਗਿਆ। ਜਿਵੇਂ ਉਹ ਮੂਰਖ ਮੱਛ ਲਾਲਚ ਕਾਰਨ ਸਲਾਬੇ ਗੁੜ ਤੇ ਬੈਠ ਜਾਂਦਾ, ਜਿਹੜੀ ਮੱਖੀ ਹੈ, ਤੇ ਉਹਦੇ 'ਚ ਹੀ ਖੰਭ ਫਸਣ ਕਰਕੇ ਤੇ ਉਹ ਮਰ ਜਾਂਦੀ। ਇਸ ਤਰ੍ਹਾਂ ਤੂੰ ਲਾਲਚੀ ਹੋ ਕੇ ਮਰ ਜਾਂਦਾ ਹੈ। ਇਸੇ ਪ੍ਰਕਾਰ ਜੈਸੇ ਮੀਨਾ ਰਸਨ ਸਾਧ ਬਿਨਸਿਓ। ਜਿਉ ਮੱਛੀ ਤਿਉ ਮਾਨਸਾ ਪਵੈ ਚਿੰਤਾ ਜਾਲ। ਜਿਵੇਂ ਮੱਛੀ ਹੈ ਇਸ ਤਰ੍ਹਾਂ ਤੂੰ ਜ਼ਬਾਨ ਦੇ ਸਵਾਦ ਕਾਰਨ ਖਤਮ ਹੋ ਰਹੀਆਂ ਹੈ। ਓਹ ਮੂਠਾ ਮੋੜ ਲੁਭਾਏ ਲੈ। ਇਹ ਮੂਰਖਾ ਤੂੰ ਵੀ ਵਿਸ਼ਿਆਂ 'ਚ ਲੁਭਾਈ ਮਨ ਹੋ ਕੇ ਲੁੱਟਿਆ ਗਿਆ। ਭਾਵ ਤੇਰੇ ਵਿਧਨ ਖੇਦ ਰੂਪ ਕਰਮਾਂ ਰੂਪ ਖੰਭ ਉਖੜ ਗਏ। ਇਸੇ ਕਰਕੇ ਤੂੰ ਅੰਦਰ ਨੂੰ ਨਾਸ਼ ਹੋ ਜਾਵੇਂਗਾ। ਤੂੰ ਹੋਆ ਪੰਚ ਵਾਸ ਵੈਰੀ ਕੈ। ਇਹ ਸਾਰੇ ਇੱਕ ਇੱਕ ਵਿਸ਼ੇ ਦੇ ਅਧੀਨ ਨੇ, ਪਰੰਤੂ ਤੂੰ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਦੁਸ਼ਮਣਾ ਪੰਜਾਂ ਦੇ ਅਧੀਨ ਹੋ ਗਿਆ ਹੈ। ਛੂਟਾ ਹੈ ਪਰ ਸਰਨਾਏ ਲੈ। ਜੇਕਰ ਗੁਰਾਂ ਜਾਂ ਪਰਮੇਸ਼ਰ ਦੀ ਓਟ 'ਚ ਪੈ ਜਾਣਾ ਕਰੇ ਤਾਂ ਹੀ ਤੂੰ ਜਮਾਂ ਤੋਂ ਵਿਕਾਰਾਂ ਤੋਂ ਛੁੱਟ ਸਕਦਾ, ਭਾਵ ਮੁਕਤ ਹੋ ਸਕਦਾ ਹੈ। ਹੋ ਕਿਰਪਾਲ ਦੀਨ ਦੁਖ ਭੰਜਨ। ਇਹ ਗਰੀਬਾਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਪਰਮੇਸ਼ਰ, ਤੂੰ ਦਿਆਲੂ ਕਿਰਪਾਲੂ ਹੋਣਾ ਕਰ ਸਾਡੇ ਤੇ। ਸਭ ਤੁਮਰੇ ਜੀ ਜਨਤਾਏ ਲੈ। ਸਾਰੇ ਸੂਖਮ ਸਥੂਲ ਜੀਵ ਤੇਰੇ ਆਪ ਜੀ ਦੇ ਹੀ ਪੈਦਾ ਕੀਤੇ ਹੋਏ ਨੇ। ਗੁਰੂ ਸਾਹਿਬ ਨੇ ਇਹਨੂੰ ਵੀ ਮਖੌਲ ਕੀਤਾ, ਜਾਂ ਸਾਨੂੰ ਮਾੜਾ ਆਖਿਆ, ਜਾਂ ਤੋੜ ਕੇ ਸੁੱਟਿਆ।
ਸਾਰੀਆਂ ਗੱਲਾਂ ਕਰਨ ਤੋਂ ਬਾਅਦ ਸਾਨੂੰ ਸਮਝਾ ਬੁਝਾ ਕੇ ਫਿਰ ਸਾਡੇ ਮੂਹਰੇ ਹੋ ਕੇ ਪਰਨਾ ਪਾ ਕੇ ਖੜੇ ਨੇ ਵੀ ਆਓ ਭਾਈ ਸੰਗਤ ਜੀ, ਮੈਂ ਤੁਹਾਡੀ ਅਰਦਾਸ ਕਰਦਾ ਰੱਬ ਦੇ ਚਰਨਾਂ 'ਚ। ਆਪੇ ਹੀ ਅਰਦਾਸ ਕੀਤੀ ਹੈ ਵੀ ਇਹਨਾਂ ਨੂੰ ਬਖਸ਼ ਲੈ ਸੱਚੇ ਪਾਤਸ਼ਾਹ। ਪਾਓ ਦਾਨ ਸਦਾ ਦਰਸ ਪੇਖਾ। ਇਹ ਮਾੜੇ ਨੇ ਚੰਗੇ ਨੇ ਹੈ ਤਾਂ ਤੇਰੇ ਹੀ ਨੇ, ਬਖਸ਼ ਲੈ ਹੈ ਸੱਚੇ ਪਾਤਸ਼ਾਹ। ਤੂੰ ਹੀ ਭੁਲਾਇਆ ਹੋਇਆ ਤੇ ਤੂੰ ਹੀ ਬਖਸ਼ ਸਕਦਾ। ਸਤਿਗੁਰੂ ਜੀ ਕਥਨ ਕਰਦੇ ਹੈ ਪਰਮੇਸ਼ਰ ਆਪ ਜੀ ਮੇਰੀ ਬੁੱਧੀ ਰੂਪ ਝੋਲੀ ਦੇ ਵਿੱਚ ਇਹ ਦਾਨ ਪਾਓ ਕਿ ਹਮੇਸ਼ਾ ਮੈਂ ਆਪ ਜੀ ਦਾ ਦਰਸ਼ਨ ਹੀ ਵੇਖਦਾ ਰਹਾ। ਗੁਰੂ ਘਰ ਦੇ ਨਾਲ ਜੁੜਨ ਤੋਂ ਸੁਤੇ ਸਿੱਧ ਦੀ ਕਈ ਬਦ ਬਲਾਵਾਂ ਤੋਂ ਬਚਾਅ ਹੁੰਦਾ ਹੈ। ਸੁਤੇ ਸਿੱਧ ਹੀ ਵਿਕਾਰਾਂ ਤੋਂ ਔਗਣਾਂ ਤੋਂ ਇਨਸਾਨ ਬਚਿਆ ਰਹਿੰਦਾ ਹੈ। ਮਿਲ ਨਾਨਕ ਦਾਸ ਦਸਾਇਲੇ। ਪਰ ਸਤਿਗੁਰੂ ਨਾਨਕ ਦੇਵ ਜੀ ਆਪ ਦੇ ਦਾਸ ਸੇਵਕਾਂ ਨਾਲ ਮਿਲਾਪ ਕਰਾ ਦਿਓ, ਮਿਲ ਕੇ ਮੈਂ ਆਪ ਦਾ ਸੇਵਕ ਬਣ ਕੇ ਰਹਿਣਾ ਕਰਾਂ। ਆਪ ਜੀ ਦੇ ਸੇਵਕਾਂ ਨਾਲ ਮਿਲ ਕੇ ਉਹਨਾਂ ਤੋਂ ਆਪ ਜੀ ਦੇ ਸੱਚ ਸਰੂਪ ਦੇ ਗਿਆਨ ਬਾਰੇ ਮਹਾਰਾਜ ਮੈਂ ਪੁੱਛਣਾ ਕਰਾਂ। ਐਸੀ ਮੇਰੇ ਤੇ ਕਿਰਪਾ ਕਰ ਦਿਓ ਜੀ। ਇੱਥੇ ਕਥਾ ਦੀ ਸਮਾਪਤੀ ਹੈ ਜੀ। ਭੁੱਲਾਂ ਚੁੱਕਾ ਖਿਮਾ ਕਰਨੀ ਆ। ਅੱਜ ਬਾਬਾ ਜੀ ਦਾ ਜਨਮ ਦਿਹਾੜਾ ਹੈ, ਉਹਦੇ ਤੇ ਵੀ 2 ਮਿੰਟ ਆਪਾਂ ਝਾਤ ਮਾਰਨੀ ਹੈ। ਆਓ 2 ਪੰਕਤੀਆਂ ਸਰਵਣ ਕਰਕੇ ਫਤਿਹ ਬੁਲਾਓ ਜੀ। ਓਹੋ ਕਿਰਪਾਲ ਦੀਨ ਦੁਖ ਭੰਜਨ ਸਭ ਤੁਮਰੇ ਜੀ ਜਨਤਾਇਲੇ। ਪਾਵੋ ਦਾਨ ਸਦਾ ਦਰਸ ਪੇਖਾ ਮਿਲ ਨਾਨਕ ਦਾਸ ਦਸਾਇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।